सत श्री अकाल, तुसीं वेख रहे हो दैनिक सवेरा टीवी। मैं हाँ नीरू बिजलवान। अगर गल की जाए चंडीगढ़ की, तो अज पंजाब कांग्रेस की मालवा जोन की पहली बैठक हो चुकी है। मंथन जो है चल रहा है, तो इस वेले मालवा 2 जोन के विधायक भी पहुंचना शुरू हो चुके हैं। उन्होंने गलबात करते हैं, जानते हैं उन्होंने की लगता है कि आखिर पंजाब दे विच कांग्रेस की हार दे सही तरीके विच, सही मायने विच जो है की कारण रहे ने। मंथन करने ਲਈ ਪਹੁੰਚੇ ਆ ਕਿ ਕੀ ਕਾਰਨ ਰਹੇ, ਕਿਹੋ ਜਿਹੀਆਂ ਸ਼ਾਰਟਕਮਿੰਗਸ ਰਹੀਆਂ ਔਰ ਕਿਉਂ ਇਸ ਤਰ੍ਹਾਂ ਦੀ ਜਿਹੜੀ ਇਹ ਹਾਰ ਹੋਈ ਹੈ। ਕਿਉਂ ਮੈਂ ਜੋ ਸਮਝਦਾ ਕਿ ਇੱਕ ਬਦਲਾਵ ਲਈ ਲੋਕਾਂ ਨੇ ਵੋਟਾਂ ਦਿੱਤੀਆਂ ਨੇ ਔਰ ਇੱਕ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ, ਕਿਉਂਕਿ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ, ਬਹੁਤ ਜ਼ਿਆਦਾ ਗਰੰਟੀਆਂ ਦਿੱਤੀਆਂ ਲੋਕਾਂ ਨੂੰ ਔਰ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਜ਼ਰੂਰ ਇੱਕ ਮੌਕਾ ਦੇ ਕੇ ਦੇਖਣਾ ਚਾਹੀਦਾ। ਔਰ ਇਹੀ ਮੁੱਖ ਕਾਰਨ ਹੈ ਕਿ ਅੱਜ ਕਾਂਗਰਸ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਦੂਸਰੇ ਦੇ ਉੱਤੇ ਭਾਂਡਾ ਹੁਣ ਫੋੜਿਆ ਜਾ ਰਿਹਾ ਹੈ। ਚੰਨੀ ਕਹਿ ਰਹੇ, ਚੰਨੀ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ, ਸਿੱਧੂ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਆਪਸ ਦੀ ਜੋ ਇਨਫਾਈਟਿੰਗ ਰਹੀ ਇਹ ਨੁਕਸਾਨਦਾਇਕ ਰਹੀ, ਜਾਂ ਕਿ ਕਾਰਨ ਕੁਝ ਹੋਰ ਹੀ ਲੱਗਦੇ ਨੇ, ਜਾਂ ਸੁਨੀਲ ਜਾਖੜ ਦੇ ਬਿਆਨਬਾਜ਼ੀਆਂ ਦੇ ਕਾਰਨ ਪਾਰਟੀ ਦਾ ਨੁਕਸਾਨ ਹੋਇਆ? ਨਹੀਂ ਦੇਖੋ, ਇਹ ਜਿਹੜੀਆਂ ਬਲੇਮ ਗੇਮ ਨਹੀਂ ਹੁਣ ਹੈਗੀ। ਹੁਣ ਸਾਨੂੰ ਸਾਰਿਆਂ ਨੂੰ ਬੈਠ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ, ਆਉਣ ਵਾਲੀ ਰਣਨੀਤੀ ਬਣਾਉਣੀ ਪਏਗੀ। ਠੀਕ ਹੈ, ਇਨਫਾਈਟਿੰਗ ਨੇ ਵੀ ਬਹੁਤ ਮਾੜਾ ਅਸਰ ਪਾਇਆ ਲੋਕਾਂ ਦੇ ਉੱਤੇ, ਇੱਕ ਦੁਬਿਧਾ ਦਾ ਮਾਹੌਲ ਬਣਾ ਦਿੱਤਾ ਗਿਆ, ਇੱਕ ਭਾਵਨਾ ਪੈਦਾ ਹੋ ਗਈ ਕਿ ਕਾਂਗਰਸ ਪਾਰਟੀ ਜਿਹੜੀ ਆ, ਦੂਸਰੇ ਜਿਹੜੇ ਵੱਡੇ ਨੇਤਾ ਨੇ ਉਹ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ। ਇਹ ਵੀ ਬਹੁਤ ਵੱਡੇ ਕਾਰਨ ਰਹੇ ਨੇ ਕਿ ਲੋਕਾਂ ਨੇ ਸਾਨੂੰ ਜਿਹੜਾ ਉਹ ਫਤਵਾ ਨਹੀਂ ਦਿੱਤਾ। ਜੀਪੀ ਸਾਹਿਬ ਦਾ ਕਹਿਣਾ ਕਿ ਚਰਨਜੀਤ ਸਿੰਘ ਚੰਨੀ ਹੈ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਜੀ, ਕਹਿੰਦੇ ਪਾਰਟੀ ਚੋਂ ਬਾਹਰ ਹੋ ਜਾਣਾ ਚਾਹੀਦਾ। ਨਹੀਂ ਦੇਖੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਚਰਨਜੀਤ ਸਿੰਘ ਚੰਨੀ ਜੀ ਨੇ ਐਜ਼ ਮੁੱਖ ਮੰਤਰੀ ਜੋ ਉਹਨਾਂ ਨੂੰ ਸਮਾਂ ਥੋੜਾ ਮਿਲਿਆ, ਉਹਨਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਕੰਮ ਕੀਤੇ, ਲੋਕ ਹਿੱਤਾਂ ਦੇ ਲਈ ਫੈਸਲੇ ਕੀਤੇ ਔਰ ਇੱਕ ਵਧੀਆ, ਇੱਕ ਚੰਗੇ ਮੁੱਖ ਮੰਤਰੀ ਦੇ ਤੌਰ ਤੇ ਉਹ ਵਿਚਰਦੇ ਰਹੇ। ਕਾਂਗਰਸ ਦੇ ਲੀਡਰ ਕਹਿ ਰਹੇ ਨੇ ਉਹ ਲਾਗੂ ਹੀ ਨਹੀਂ ਹੋਏ ਕੋਈ ਵੀ ਫੈਸਲਾ। ਕਿਉਂ ਨਹੀਂ ਲਾਗੂ ਹੋਏ? ਸਾਰੇ ਲਾਗੂ ਹੋਏ ਨੇ। ਕਿਹੜਾ ਨਹੀਂ ਲਾਗੂ ਹੋਇਆ ਦੱਸੋ? 30000 ਕੱਚੇ ਮੁਲਾਜ਼ਮ ਦੇਖੋ, ਕੱਚੇ ਮੁਲਾਜ਼ਮਾਂ ਦੀ ਜਿਹੜੀ ਗੱਲ ਸੀਗੀ ਉਹ ਅਖੀਰਲੇ ਵਿੱਚ ਅੱਗੇ ਜਾ ਕੇ ਰਾਜ ਭਵਨ ਜਿਹੜੀ ਆ ਉਹ ਫਾਈਲ ਰੁਕੀ ਰਹੀ ਆ। ਅਦਰਵਾਈਜ਼ ਅਸੀਂ ਸਾਰਾ ਕਲੀਅਰ ਕਰਕੇ ਉਹਨਾਂ ਦਾ ਪੂਰਾ ਖਾਕਾ ਤਿਆਰ ਕਰਕੇ ਔਰ ਉਹਨਾਂ ਨੂੰ ਪੂਰਾ ਅੰਤਮ ਰੂਪ ਦੇ ਦਿੱਤਾ ਗਿਆ ਸੀ। ਰਾਜ ਭਵਨ ਦੀ ਤੁਸੀਂ ਗੱਲ ਕੀਤੀ, ਉਸ ਤੋਂ ਪਹਿਲਾਂ ਹੀ ਚੰਨੀ ਸਾਹਿਬ ਵੱਲੋਂ ਵੱਡੇ ਵੱਡੇ ਪੋਸਟਰ ਲਗਾ ਦਿੱਤੇ ਗਏ ਸੀ ਪੂਰੇ ਪੰਜਾਬ ਦੇ ਵਿੱਚ ਕਿ 36000 ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਗਿਆ। ਉਸ ਵੇਲੇ ਇਹ ਚੀਜ਼ ਕਿਉਂ ਨਹੀਂ ਸਾਹਮਣੇ ਕੀਤੀ ਗਈ? ਇਹ ਸਾਡੇ ਵੱਲੋਂ ਤਾਂ ਪੂਰਾ ਕਰ ਦਿੱਤਾ ਗਿਆ ਸੀਗਾ। ਅਸੀਂ ਤਾਂ ਉਹਨੂੰ ਮਨਜ਼ੂਰ ਕਰਕੇ, ਕੈਬਨਿਟ ਨੇ ਉਹਦੀ ਮਨਜ਼ੂਰੀ ਦਿੱਤੀ ਹੈ ਬਕਾਇਦਾ, ਔਰ ਜਦੋਂ ਕੈਬਨਿਟ ਇੱਕ ਵਾਰ ਮਨਜ਼ੂਰੀ ਦੇ ਦੇਵੇ ਤਾਂ ਫਿਰ ਇਹ ਸਮਝ ਲਿਆ ਜਾਂਦਾ ਕਿ ਇਹ ਗੱਲ ਜਿਹੜੀ ਆ ਇੰਪਲੀਮੈਂਟ ਹੋ ਗਈ ਹੈ। ਤੋ ਇਸ ਕਰਕੇ ਅਸੀਂ ਪੂਰੀ ਕੋਸ਼ਿਸ਼ ਕੀਤੀ ਆ, ਆਉਣ ਵਾਲੇ ਸਮੇਂ 'ਚ ਹੋਰ ਅੱਗੇ ਹੋ ਕੇ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸਰਕਾਰ ਆ ਇੱਕ ਬਹੁਤ ਵੱਡਾ ਮੈਂਡੇਟ ਲੈ ਕੇ ਆਈ ਹੈ ਕਿ ਉਹਨੂੰ ਪੂਰੀ ਅਸੀਂ ਹਮਾਇਤ ਦਈਏ ਔਰ ਅਸੀਂ ਉਹਨਾਂ ਦੀ ਜਿਹੜੀ ਇੱਕ ਕੋਸ਼ਿਸ਼ ਹੋਏਗੀ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਨੇ ਉਹ ਪੂਰੇ ਹੋਣ। ਕੱਲ ਸਹੁੰ ਚੱਕ ਸਮਾਰੋਹ ਜਿਹੜਾ ਹੋ ਰਿਹਾ, ਉਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਦੇਖੋ, ਇਹ ਇੱਕ ਮੈਂ ਸਮਝਦਾ ਕਿ ਇਹਦਾ ਕੋਈ ਬਹੁਤੀ ਲੋੜ ਨਹੀਂ ਸੀਗੀ, ਕਿਉਂਕਿ ਆਮ ਆਦਮੀ ਦੇ ਨਾਂ ਤੇ ਤੁਸੀਂ ਵੋਟਾਂ ਲੈ ਕੇ ਅੱਜ ਤੁਸੀਂ ਵੱਡਾ ਇੱਕ ਜਿਹੜਾ ਇੱਕ ਵੱਡਾ ਉੱਥੇ ਇੱਕ ਪ੍ਰੋਗਰਾਮ ਇਕੱਠ ਕਰ ਰਹੇ ਹੋ, ਤਾਂ ਉਹਦੇ ਨਾਲ ਆਮ ਲੋਕਾਂ ਦੀ ਜਿਹੜੀ ਇੱਕ ਸੋਚ ਸੀ ਉਹਨੂੰ ਸੱਟ ਵੱਜੀ ਹੈ। ਦੂਜੇ ਪਾਸੇ ਸਰ ਦੇਖਿਆ ਜਾਵੇ, ਕੈਬਨਿਟ ਮੰਤਰੀਆਂ ਦਾ ਜਦੋਂ ਜ਼ਿਕਰ ਕੀਤਾ ਜਾਂਦਾ ਹੈ, ਜਿੰਨੇ ਕਿ ਕੈਬਨਿਟ ਮੰਤਰੀ ਹਾਰੇ ਆ ਚੰਗੇ ਫਰਕ ਦੇ ਨਾਲ ਹਾਰੇ ਆ ਔਰ ਜਿੱਤਣ ਵਾਲਿਆਂ ਦੀ ਵੀ ਲੀਡ ਕੋਈ ਜ਼ਿਆਦਾ ਨਹੀਂ। ਮਨਪ੍ਰੀਤ ਬਾਦਲ 63000 ਦੀ ਲੀਡ। ਇਸ ਚੀਜ਼ ਦਾ ਕੀ ਲੱਗਦਾ ਕਿ ਲੱਗਦਾ ਕੈਬਨਿਟ ਦੇ ਪ੍ਰਤੀ ਵੀ ਲੋਕਾਂ ਦਾ ਇੱਕ ਵੱਡਾ ਗੁੱਸਾ ਸੀ, ਖਾਸ ਤੌਰ ਤੇ ਖਜ਼ਾਨਾ ਮੰਤਰੀ? ਦੇਖੋ, ਇਹਦੇ ਲਈ ਕਿਸੇ ਨੂੰ ਕਸੂਰਵਾਰ ਨਹੀਂ ਮੰਨਿਆ ਜਾ ਸਕਦਾ। ਬਤੌਰ ਇੱਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਉਹਨਾਂ ਵੋਟਰਾਂ ਨੂੰ ਵੀ ਕਦੇ ਕਸੂਰਵਾਰ ਨਹੀਂ ਕਹਾਂਗਾ ਜਿਨ੍ਹਾਂ ਨੇ ਸਾਡੇ ਉਲਟ ਵੋਟ ਪਾਈ ਹੈ, ਕਿਉਂਕਿ ਇੱਕ ਬਦਲਾਵ ਦੇ ਬਹਾਅ ਦੇ ਵਿੱਚ ਇੱਕ ਮੌਕਾ ਦੇਣ ਦੇ ਲਈ ਲੋਕਾਂ ਨੇ ਵੋਟ ਕੀਤੀ ਆ। ਤਾਂ ਹੁਣ ਦੇਖੋ ਕਿ ਇਹ ਜਿਹੜਾ ਇੱਕ ਮੌਕਾ ਦਿੱਤਾ ਲੋਕਾਂ ਨੇ, ਉਹ ਕਿੰਨਾ ਕੁ ਸਾਜ਼ਗਾਰ ਜਿਹੜਾ ਸਾਬਤ ਹੁੰਦਾ ਹੈ। ਕਾਂਗਰਸ ਪਾਰਟੀ ਦੀ ਆਪਸੀ ਪਾੜ ਕਿਤੇ ਨਾ ਕਿਤੇ ਮੰਨਦੇ ਹੋ ਰੀਜ਼ਨ ਹੈਗੀ ਆ ਹਾਰ ਦੀ ਪੰਜਾਬ ਦੇ ਵਿੱਚੋਂ? ਬਿਲਕੁਲ, ਇਹ ਸਾਨੂੰ ਮੰਨਣਾ ਪਏਗਾ। ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹੀ ਗੱਲ ਰੱਖਾਂਗੇ ਕਿ ਇਹੋ ਜਿਹੇ ਜਿਹੜੇ ਨੇਤਾ ਨੇ ਜਿਨ੍ਹਾਂ ਨੇ ਪਾਰਟੀ ਦੀ ਛਵੀ ਨੂੰ ਖਰਾਬ ਕੀਤਾ, ਇਨਡਿਸਿਪਲਿਨ ਭੰਗ ਕੀਤਾ, ਕਿ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। वो चलती है तो उसमें बड़े बड़े दिग्गज भी हार जाते हैं। तो मैं अपने हलके में तो मैं हार की जिम्मेदार अपने आप को ही ठहराऊंगी, क्योंकि हम लोगों को समझना चाहिए था और मेहनत करनी चाहिए थी और देखना चाहिए था। बाकी आप कैबिनेट मिनिस्टर थे, आपको नहीं लगता आपने अपने हलके में क्या काम नहीं किए या कहाँ कमी रही जो हार हुई है? देखें, मैंने अपने हलके में काम तो अलग बात है, अपने मलेरकोटला को ज़िला बनाया, मेडिकल कॉलेज मैं लेकर गई और डेवलपमेंट की कहीं कोई कमी नहीं छोड़ी मैंने।
वहाँ पे हॉस्पिटल और कॉलेज, लड़कियों के कॉलेज जो मैंने काम किए वो अलग बात थी, लेकिन अब का जो इलेक्शन था उसमें लोगों ने ज़्यादातर डेवलपमेंट नहीं देखी, वो बदलाव चाहते थे। तो बदलाव के चक्कर में ही ये सब कुछ हुआ। ऐसा नहीं था कि कांग्रेस ने काम नहीं किए, कांग्रेस की सरकार ने बहुत काम किए। मैं अपने हलके की ही बात करती हूँ। ज़िला बनाना एक बहुत बड़ी बात होती है अपने आप में। एक ही ज़िला बना और ज़िले की सहूलतें जो लोगों को मिलती हैं वो एक अपने आप में मिसाल होती है। और मेडिकल कॉलेज बहुत बड़ी चीज़ है, जो मेडिकल कॉलेज वहाँ पे जाएगा। फिर भी जो लोगों ने फतवा दिया हम उसको सर आंखों पर रखते हैं। जो मेरे अपने लोग हैं उन्होंने मुझे वोट भी किया और उनका मैं शुक्रिया भी अदा करती हूँ। बाकी आपके साथी मैम, बाकी साथी कह रहे हैं कि सिद्धू और चन्नी की बयानबाजी करके खामियाजा भुगतना पड़ रहा है कांग्रेस पार्टी को। सिद्धू आपके नज़दीकी थे, आपको लगता है कि सिद्धू की बयानबाजी का खामियाजा भुगते हैं आप भी? नहीं, देखें, सिद्धू जी एक सच्चे सुच्चे इंसान है। मैं फिर से दोबारा कहूँगी क्योंकि पहले भी मैं यही कहती आई हूँ। सिद्धू जी एक सच्चे सुच्चे इंसान है और उनको पता है कहाँ पे क्या हो रहा था, क्या नहीं हो रहा था, वो उसको सामने लाते थे। पर ये है कि सिद्धू जी ने जो बात की सामने की वो सच्चाई के साथ की। जब सच्चाई इंसान बोलता है तो कहीं ना कहीं उसका खामियाजा ज़रूर भुगतना पड़ता है। तो हम लोगों ने, सिद्धू जी ने तो सच्चाई बयान की, उसको थोड़ा सा उल्टा और गलत तरीके से लिया गया। पर ये बात नहीं है, चन्नी जी के भी काम बहुत अच्छे थे, चन्नी जी ने भी अच्छा काम किया। हम लोगों ने सब ने मिलके बहुत अच्छा काम किया। लेकिन लोगों का फतवा जब आता है, कई बारी बदलाव के लिए भी आता है, तो उसमें अब लोगों ने फतवा दिया है। अब इम्तिहान जो है वो आप आदमी पार्टी का है। अब वो झाड़ू वालों का इम्तिहान होने वाला है कि वो पूरे 5 साल में क्या करेंगे, जो उन्होंने वादे किए हैं क्या वो उनको पूरा करेंगे, कैसा होगा क्या नहीं होगा। मैं अपने हलके की मिसाल देना चाहती हूँ। मेरे हलके में 2 दिन नहीं हुए थे, सारे म्यूनसिपलिटी के काम बंद करा दिए गए, वहाँ पे गुंडागर्दी शुरू कर दी गई। मेरे कई वर्कर सहबान आज भी हॉस्पिटल में पड़े हैं, कुछ को रेफ़र कर दिया गया है, कुछ हमारे पटियाला में पड़े हैं, बेहोश हुए पड़े हैं, उनकी सर में काफ़ी ज़्यादा चोटें आई हैं। तो ये गलत है। मैं सीएम पंजाब जो कल ओथ लेने वाले हैं भगवंत मान जी से भी अपील करूंगी कि ऐसी गुंडागर्दी को कंट्रोल किया जाए। जोन 1 के विधायकों का कहना है कहीं ना कहीं चन्नी फेस जो था शायद उसकी वजह से भी भाग लोगों ने एक्सेप्ट नहीं किया चन्नी को। नहीं, देखें, मेरा आपने पहले भी देखा होगा, मेरा जो ये था, मैं ये हम लोगों का पहले से ही मैं अपनी पार्टी को ये बता चुकी थी कि हम अगर फेस ना दें तो ज़्यादा अच्छा है। दोनों ही इकट्ठे काम करें, चन्नी जी और सिद्धू जी मिलके इकट्ठे काम करें। जब हम जीत कर आएंगे फिर एमएलए से पूछने के बाद फैसला करें। पर कुछ ना कुछ पार्टी पे प्रेशर होगा, कुछ ना कुछ होगा। हमने अपने अपने व्यूज़ दे दिए थे तो उन्होंने वही सोच के फिर फेस अनाउंस किया। पार्टी के लोग कह रहे हैं कि चन्नी साहब को कांग्रेस से बाहर का रास्ता दिखाना चाहिए। नहीं, कांग्रेस से बाहर का रास्ता कोई दिखाना नहीं चाहिए, सबको इकट्ठे रहना चाहिए। मेरी यही अपील है, सबको इकट्ठे लेके हम लोग सोच विचार करें, मंथन करें कि हमें कहाँ पे किस वजह से हार मिली है। सब इकट्ठे होकर काम करेंगे तो इंशाल्लाह आगे आने वाले 5 सालों में अच्छा करेंगे। क्या आज डिस्कशन हुई अंदर हार के कारणों की? ये प्रधान जी बताएंगे या आप भी तो गए थे, आप लोग क्या हार के कारण तो अंदर 10 के होंगे, मंथन करके होंगे। आपका क्या किहड़े कारण वो ਤੁਹਾਨੂੰ क्या ਲੱਗੇ? भाई वही प्रेसिडेंट बताएंगे। ਉਹ ਸਾਬਕਾ ਮੰਤਰੀ ਹਾਰ ਗਏ। ਵੇਖੋ ਗੱਲ ਇਹ ਹੈ ਵੀ ਜਿਹੜਾ ਪੰਜਾਬ ਦਾ ਹੈਗਾ ਸੀ ਝੁਕਾਅ ਸੀ ਉਹ ਬਦਲਾਅ ਵੱਲ ਸੀ। ਉਹ ਤਾਂ ਫੇਰ ਅਸੀਂ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਉਹਨੂੰ ਆਇਡੈਂਟੀਫਾਈ ਕੀਤਾ। ਪਹਿਲਾਂ ਤਾਂ ਉਹਨੇ ਆਪਦੇ ਕਲਚਰ 'ਚ ਪੰਜਾਬੀ ਸੱਭਿਆਚਾਰ ਦੇ ਵਿੱਚ ਉਹਨੇ ਆਪਦਾ ਨਾਮ ਬਣਾਇਆ ਸੀ। ਫਿਰ ਬਹੁਤ ਵੱਡੀ ਦੇਣ ਦਿੱਤੀ ਸੀ ਕਾਂਗਰਸ ਪਾਰਟੀ ਨੇ ਬਲਕਾਰ ਸਿੱਧੂ ਨੂੰ। ਐਸਐਸ ਬੋਰਡ ਦਾ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਮੈਂਬਰ ਲਾਇਆ, ਜਿੱਥੇ ਬਹੁਤ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸੀ। ਪਰ ਉਹਦੇ ਰਾਸ ਨਹੀਂ ਸੀ ਆਈ ਵੀ ਹਾਲ ਮੈਂ ਹੋਰ ਉੱਚ ਅਹੁਦੇ 'ਤੇ ਜਾਣਾ, ਕੋਈ ਮਲਾਈਆਂ ਖਾਣੀਆਂ। ਉਹ ਫਿਰ ਉਹਨੂੰ ਇਹ ਗੱਲ ਜਿਹੜੀ ਜਿੰਨੀ ਵੀ ਡਿਊਟੀ ਕਾਂਗਰਸ ਪਾਰਟੀ ਦਿੱਤੀ ਸੀ ਉਹਨੂੰ ਉਹਦੀ ਪਸੰਦ ਨਹੀਂ ਸੀ ਆਈ। ਉਹ ਰਿਜ਼ਾਈਨ ਦੇ ਕੇ 1 ਕਿੱਲਾ ਛੜੱਪਾ ਮਾਰ ਕੇ ਆਪ ਚਲਿਆ ਗਿਆ। ਸੋ ਐਤਕੀ ਜਿਹੜਾ ਆਪ ਦਾ ਸੀ ਪੰਜਾਬ ਦੇ ਲੋਕਾਂ ਦੇ 'ਚ ਬਦਲਾਅ ਦੀ ਨੀਤੀ ਸੀ ਉਹ ਉਹਨਾਂ ਨੇ ਬਰਕਰਾਰ ਰੱਖੀ ਹੈ। ਇਸ ਕਰਕੇ ਅਸੀਂ ਸਿਰ ਮੱਥੇ ਕਬੂਲ ਕਰਦੇ ਹਾਂ। ਪੰਜਾਬ ਦੀ ਜਨਤਾ ਦਾ ਜੋ ਵੀ ਫੈਸਲਾ ਹੈ ਉਹ ਸਿਰ ਮੱਥੇ ਕਬੂਲ ਕਰਦੇ ਹਾਂ। ਤੁਹਾਡੀ ਹਾਰ ਦਾ ਕਾਰਨ ਕੀ? ਸਿੱਧੂ ਦੀ ਗੱਲ ਕਰੀਏ ਜਾਂ ਫਿਰ ਜਾਖੜ ਸਾਹਿਬ ਦੀ ਗੱਲ ਕਰੀਏ, ਇੱਕ ਦੂਜੇ ਉੱਪਰ ਤੁਹਾਡੀ ਹਾਰ ਦਾ ਕਾਰਨ? ਵੇਖੋ ਹਾਰ ਮੇਰੀ ਨਹੀਂ, ਪੰਜਾਬ ਦੇ ਤਮਾਮ ਵੱਡੇ ਵੱਡੇ ਲੀਡਰਾਂ ਦੀ ਹੋਈ ਹੈ। ਕੋਈ ਐਸੀ ਗੱਲ ਨਹੀਂ। ਜਦੋਂ ਕਹਿੰਦੇ ਜਦੋਂ ਹਨੇਰੀ 'ਚ ਖੇੜਾ ਆਉਂਦਾ ਉਦੋਂ ਫਿਰ ਸਾਰੇ ਵੱਡੇ ਵੱਡੇ ਦਰਖਤ ਵੀ ਉੱਡ ਖੜਦੇ ਨੇ। ਕੋਈ ਐਸੀ ਗੱਲ ਨਹੀਂ।
ਅਸੀਂ ਜਿਹੜੀ ਹਾਰ ਆ ਉਹ ਸਿਰ ਮੱਥੇ ਕਬੂਲ ਕਰਦੇ ਹਾਂ। ਜਨਤਾ ਦਾ ਜਿਹੜਾ ਫੈਸਲਾ ਹੈ ਉਹ ਸਾਨੂੰ ਹਮੇਸ਼ਾ ਮੰਨਣਾ ਚਾਹੀਦਾ ਹੈ, ਔਰ ਜੋ ਸਾਡੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਧਿਆਨ 'ਚ ਰੱਖਦੇ ਉਹਨੂੰ ਸਹੀ ਕਰਨੀਆਂ ਚਾਹੀਦੀਆਂ। ਨਰਿੰਦਰ ਸਿੰਘ ਨੂੰ ਹਟਾਉਣਾ ਔਰ ਉਸ ਤੋਂ ਬਾਅਦ ਕੈਬਨਿਟ ਦੇ ਵਿੱਚ ਨਵੇਂ ਚਿਹਰੇ ਲੈ ਕੇ ਆਉਣਾ, ਲੱਗਦਾ ਉਹ ਵੀ ਗਲਤੀ ਆ ਕਿਤੇ ਨਾ ਕਿਤੇ ਭਾਰੀ ਪਈ ਹੈ। ਬਹੁਤ ਵੰਡਰ ਮਿਸਟੇਕ ਸੀ ਉਹਨਾਂ ਦਿਨਾਂ ਦੇ ਵਿੱਚ। ਇਹਨਾਂ ਨੇ ਸਾਡੀ ਪਾਰਟੀ ਨੇ ਆਪਣੇ ਆਪ ਸਾਬਤ ਕਰ ਦਿੱਤਾ ਜਦੋਂ ਸਾਡੇ ਵਰਗੇ ਜਿਨ੍ਹਾਂ ਦੇ ਉੱਤੇ ਨਾ ਕੋਈ ਆਪੋਜੀਸ਼ਨ ਨੇ ਕਿਤੇ ਕੋਈ ਮਤਲਬ ਅਖਬਾਰ 'ਚ ਐਲੀਗੇਸ਼ਨ ਲਾਏ ਹੋਣ, ਨਾ ਫਲੋਰ ਤੇ ਅੰਦਰ ਵਿਧਾਨ ਸਭਾ 'ਚ ਸਾਡੇ ਤੇ ਕੋਈ ਵੀ ਇਹੋ ਜਿਹਾ ਕੋਈ ਨਾਂ ਸਾਹਮਣੇ ਆਇਆ ਹੋਵੇ, ਕਿਸੇ ਪ੍ਰੈਸ ਦੇ ਵਿੱਚ, ਕਿਸੇ ਵੀ ਅਖਬਾਰ ਦੇ ਵਿੱਚ, ਕਿਤੇ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤੁਸੀਂ ਖੜੇ ਆ, ਸਾਡੇ ਵਰਗਿਆਂ ਦੇ ਕਿਤੇ ਉਂਗਲ ਚੱਕੀ ਹੋਵੇ ਤੇ ਸਾਡੇ ਵਰਗੇ ਨੂੰ ਇਸ ਪਾਰਟੀ ਨੇ, ਸਾਡੀ ਪਾਰਟੀ ਨੇ ਇੱਕ ਕਰਪਸ਼ਨ ਦੇ ਘੇਰੇ ਦੇ ਵਿੱਚ ਜੇ ਕਹਿੰਦੇ ਆ ਵੀ ਚੇਂਜ ਕੀਤਾ, ਉਹ ਵੀ ਇੱਕ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹਨਾਂ ਨੇ। ਕੀ ਕਹਿਣਾ ਚਾਹ ਰਹੇ ਹੋ ਕੀ ਹੋ ਅਸੀਂ ਕਹਾਂਗੇ ਜੋ ਸਾਡੇ ਸਾਹਮਣੇ ਆਪਦੇ ਮਨ 'ਚ ਹੋਈ ਉਹ ਸਭ ਗੱਲਾਂ ਕਰਾਂਗੇ, ਪਾਰਟੀ ਦੇ ਅੰਦਰ ਕਰਾਂਗੇ। ਕੈਬਨਿਟ ਨੂੰ ਚੇਂਜ ਕਰਨਾ ਕਿ ਵੱਡੀ ਗਲਤੀ ਮੰਨਦੇ ਹੋ? ਕੈਪਟਨ ਅਮਰਿੰਦਰ ਨੂੰ ਹਟਾਉਣਾ ਤੋਂ ਬਿਲਕੁਲ ਗਲਤ ਹੈ ਜੀ, ਉਹਨਾਂ ਦਿਨਾਂ ਦੇ ਵਿੱਚ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ। ਲੱਗਦਾ ਜੇਕਰ ਕੈਪਟਨ ਅਮਰਿੰਦਰ ਪਾਰਟੀ 'ਚ ਬਣੇ ਰਹਿੰਦੇ, ਉਹ ਸਟਰਕਚਰ ਉਸ ਤਰ੍ਹਾਂ ਬਣਾ ਰਹਿੰਦਾ ਤਾਂ ਇਸ ਤੋਂ ਉੱਤੇ ਜਾ ਸਕਦਾ ਸੀ। ਇੰਨੀ ਮਾੜੀ ਹਾਲਤ ਨਹੀਂ ਸੀ ਹੋਣੀ, ਚੰਗੀ ਪਰਫਾਰਮੈਂਸ ਰਹਿਣੀ ਸੀ। ਸਿੱਧੂ ਜਿਹੜੀ ਤਾਰੀਫ ਕਰ ਰਹੇ ਆ ਆਮ ਆਦਮੀ ਪਾਰਟੀ ਦੀ, ਉਹਦੇ ਬਾਰੇ ਕੀ ਉਹ ਤਾਂ ਯਾਰ ਸਾਰਿਆਂ ਦੀ ਕਰੀ ਜਾਂਦਾ, ਪਤਾ ਨਹੀਂ ਲੱਗਦਾ ਉਹਦਾ ਕੀ ਮੰਗਲ ਸਿੱਧੂ ਦਾ ਕੀ ਲੱਗਦਾ ਜੀ? ਸਿੱਧੂ ਦਾ ਕਿਉਂਕਿ ਸਿੱਧੂ ਦਾ ਕੀ ਲੱਗਦਾ? ਸਿੱਧੂ ਦਾ ਨਿਬੜਿਆ ਹੀ ਪਿਆ, ਹੋਰ ਕੀ ਆ ਹੁਣ ਕੀ ਆ? ਤਾਂ ਕੀ ਪ੍ਰਧਾਨਗੀ ਤੋਂ ਲੱਗਦਾ ਕਿ ਅਸਤੀਫਾ ਹੁਣ ਦੇ ਦੇਣਾ ਚਾਹੀਦਾ? ਉਹਨੂੰ ਆਪ ਹੀ ਦੇ ਦੇਣਾ ਚਾਹੀਦਾ। ਹੁਣ ਉਹਨੂੰ ਦੱਸੋ ਕੀ ਕਰਨਾ। ਦੇਖिए हार ਦੇ ਕਈ ਕਾਰਨ ਹੈ ਐਂਡ ਜਿਹੜਾ ਮੇਰਾ ਫੀਡਬੈਕ ਹੋਊਗਾ, ਜਿਹੜਾ ਅਸੀਂ ਅੱਜ ਮੈਂ ਆਉਣ ਤੋਂ ਪਹਿਲੇ ਸਾਡੇ ਵਰਕਰਾਂ ਤੋਂ ਮੈਂ ਗੱਲ ਕਰਕੇ ਆਇਆ ਵੀ ਕੀ ਫੀਡਬੈਕ ਦੇਣਾ ਚਾਹੀਦਾ, ਕੀ ਤੁਹਾਨੂੰ, ਕਿਉਂਕਿ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ, ਜਿਹੜੇ ਸਾਡੇ ਬੂਥ ਲੈਵਲ ਦੇ ਵਰਕਰ ਸੀ, ਸਾਰਿਆਂ ਨਾਲ ਡਿਸਕਸ਼ਨ ਕਰਕੇ ਮੈਂ ਆਪਣੇ ਸੁਝਾਅ ਦੇਵਾਂਗਾ ਪਾਰਟੀ ਨੂੰ ਵੀ ਨਹੀਂ ਦੇਖੋ ਇੱਕ ਕਮੀ ਨਹੀਂ ਸੀ, ਬਹੁਤ ਸਾਰੀ ਕਮੀਆਂ ਸੀ ਤੇ ਜਿਹੜੇ ਸੁਜੈਸ਼ਨਸ ਹੈ, ਜਿਹੜੀ ਰੈਮੇਡੀ ਹੈ, ਜਿਹੜੀ ਕੋਈ ਦਵਾ ਹੈ, ਉਹ ਵੀ ਕੋਈ ਮੈਜਿਕ ਪਿਲ ਨਹੀਂ ਹੈ, ਕੋਈ ਜਾਦੂ ਦੀ ਕੋਈ ਇੱਕ ਗੋਲੀ ਨਹੀਂ ਵੀ ਇੱਕ ਗੋਲੀ ਨਾਲ ਹੀ ਮਸਲੇ ਹੱਲ ਹੋ ਜਾਣਗੇ। ਬਹੁਤ ਦਿੱਕਤਾਂ ਸੀ, ਬਹੁਤ ਕਮੀਆਂ ਰਹੀ, ਇਸ ਕਰਕੇ ਅਸੀਂ ਸਿਰਫ 18 ਰਹਿ ਗਏ। ਲੇਕਿਨ ਅਸੀਂ ਜਿਹੜੇ ਸੋਲਿਊਸ਼ਨਸ ਵੀ ਹੈ ਉਹ ਕਈ ਚੀਜ਼ਾਂ ਕਰਨੀ ਪੈਣੀ ਹੈ ਐਂਡ ਇਟ ਇਜ਼ ਦ ਨੀਡ ਆਫ ਦੀ ਆਵਰ। ਜੇ ਪਾਰਟੀ ਨੂੰ ਬਚਾਉਣਾ ਹੈ ਤਾਂ ਉਹ ਅਸੀਂ ਮੰਥਨ ਤੇ ਨਹੀਂ ਬਦਲਾਵ ਤਾਂ ਹੁਣ ਫਤਵਾ ਲੋਕਾਂ ਨੇ ਦੇਤਾ, ਅਸੀਂ ਜਿਵੇਂ ਮੈਂ ਕਹਿ ਰਿਹਾ ਸਿਰਫ ਅਸੀਂ 18 ਰਹਿ ਗਏ। ਸੋ ਡੈਫੀਨਿਟਲੀ ਪੀਪਲ ਵਾਂਟਡ ਅ ਚੇਂਜ। ਲੋਕੀ ਸਾਡੇ ਤੋਂ ਖੁਸ਼ ਨਹੀਂ ਸੀ, ਕਾਂਗਰਸ ਪਾਰਟੀ ਨੂੰ ਨਕਾਰਿਆ। ਬਦਲਾਅ ਦੀ ਗੱਲ ਕਰ ਰਹੇ ਕਿ ਕਾਂਗਰਸ ਪਾਰਟੀ ਦੇ ਵਿੱਚ ਹੀ ਬਦਲਾਅ ਹੋਇਆ ਸੀਗਾ, ਕੈਪਟਨ ਸਾਹਿਬ ਨੂੰ ਲਾ ਕੇ ਸੀਐਮ ਚੰਨੀ ਬਣਾ ਦਿੱਤਾ। ਹਾਂ ਤੇ ਉਹ ਜਿਹੜੇ ਵੀ ਚੀਜ਼ਾਂ ਨਹੀਂ ਇਟ ਇਜ਼ ਵਨ ਆਫ ਯੈਸ ਇੱਕ ਮਤਲਬ ਜਿਹੜੀ ਚੀਜ਼ਾਂ ਹੈ ਕਈ ਇਹ ਚੀਜ਼ਾਂ ਹਾਰ ਦਾ ਕਾਰਨ ਡੈਫੀਨਿਟਲੀ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਦੇ ਵਿੱਚ ਵੱਡੀ ਪਾੜ ਦੇਖੀ ਗਈ ਸੀ, ਕਈ ਇਹ ਜਿਹੜੇ ਨੇਤਾ ਨੇ, ਵੱਡੇ ਲੀਡਰ ਨੇ, ਖਾਸ ਕਰਕੇ ਉਹ ਕਾਂਗਰਸ ਛੱਡ ਕੇ ਭਾਜਪਾ ਨੂੰ ਚਲੇ ਗਏ ਸੀ, ਹੋਰਨਾਂ ਪਾਰਟੀਆਂ ਨੂੰ ਚਲੇ ਗਏ, ਕਿ ਇਸ ਨੂੰ ਵੀ ਤੁਸੀਂ ਵੱਡਾ ਕਾਰਨ ਮੰਨਦੇ ਹੋ? ਨਹੀਂ ਉਹ ਸਾਨੂੰ ਅੰਦਰ ਜਾ ਕੇ ਵੇਖਣਾ ਪੈਣਾ ਹੈ ਵੀ ਕਿਉਂ ਸਾਡੇ ਲੀਡਰ, ਸਾਡੀ ਪਾਰਟੀ ਜਿਹੜੇ ਇੰਨੇ ਸਾਲਾਂ ਤੋਂ ਸਾਡੀ ਪਾਰਟੀ ਦੇ ਵਿੱਚ ਕਿਉਂ ਛੱਡ ਕੇ ਗਏ। ਯੈਸ ਡੈਫੀਨਿਟਲੀ ਕਾਂਗਰਸੀ ਆਗੂ ਨੇ, ਕਾਂਗਰਸੀ ਨੁਮਾਇੰਦੇ ਨੇ ਉਹ ਇਹ ਗੱਲ ਕਹਿੰਦੇ ਪਏ ਨੇ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਸਭ ਤੋਂ ਵੱਡੀ ਜ਼ਿੰਮੇਦਾਰ ਹੈ, ਖਾਸ ਕਰਕੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਮੂਹਰੇ ਲੈ ਕੇ ਉਹ ਘੇਰ ਰਹੇ ਨੇ ਉਹਨਾਂ ਨੂੰ, ਤੇ ਕਈ ਤੁਹਾਡੇ ਕਾਂਗਰਸੀ ਆਗੂ ਇਹ ਵੀ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਹੁਣ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਦੇਖਿਓ ਉਹ ਮੈਂ ਤਾਂ ਹੁਣ ਪਹਿਲੀ ਵਾਰ ਐਮਐਲਏ ਬਣ ਕੇ ਆਇਆ, ਮੈਂ ਆਪਣੀ ਸੁਜੈਸ਼ਨਸ ਦੇਵਾਂਗਾ ਬਟ ਯੈਸ ਸੀਨੀਅਰ ਲੀਡਰਸ਼ਿਪ ਹੈਜ਼ ਟੂ ਲੁੱਕ ਇਨਟੂ ਐਵਰੀਥਿੰਗ। ਉਹਨਾਂ ਨੂੰ ਨਹੀਂ ਦੇਖੋ ਲੋਕੀ ਬੇਵਕੂਫ ਨਹੀਂ ਹੈ, ਲੋਕਾਂ ਨੇ ਕਾਂਗਰਸ ਪਾਰਟੀ ਨੂੰ ਮੈਂਡੇਟ 5 ਸਾਲ ਦਾ ਦਿੱਤਾ ਸੀ, 111 ਦਿਨ ਦਾ ਨਹੀਂ ਦਿੱਤਾ ਸੀ ਤੇ ਡੈਫੀਨਿਟਲੀ ਉਹ ਨਤੀਜਾ ਤੁਹਾਡੇ ਸਾਹਮਣੇ ਹੈ। ਮਤਲਬ ਤੁਸੀਂ ਮੰਨਦੇ ਹੋ ਜਿਹੜਾ 4.5 ਸਾਲ ਕੈਪਟਨ ਸਾਹਿਬ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ, 111 ਦਿਨ ਰਿਪੋਰਟ ਕਰਤਾ? ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਆ ਵੀ ਕੁਝ ਨਹੀਂ ਹੋਇਆ। ਮੈਂ ਜੇ ਅਬੋਹਰ ਦੀ ਗੱਲ ਕਰਾਂ, ਮੈਂ ਇਸ ਤੂਫਾਨ ਦੇ ਵਿੱਚੋਂ ਮੈਂ ਅਬੋਹਰ ਤੋਂ ਜਿੱਤ ਕੇ ਆਇਆ ਤੇ ਕਾਂਗਰਸ ਪਾਰਟੀ ਨੇ ਡੈਫੀਨਿਟਲੀ ਉੱਥੇ ਕੰਮ ਕਰਕੇ ਦਿਖਾਇਆ, ਬਦਲਾਵ ਅਬੋਹਰ 'ਚ ਲੈ ਕੇ ਆਇਆ, ਅਬੋਹਰ ਹਲਕੇ 'ਚ, ਇਸ ਕਰਕੇ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ। ਬਟ ਮੇਰਾ ਆ ਵੀ ਮੰਨਣਾ ਹੈ ਵੀ ਪਿਛਲਾ ਜੇ 2007 ਤੋਂ 17 ਦਾ ਅਕਾਲੀਆਂ ਦੀ ਬੀਜੇਪੀ ਦੀ ਜਿਹੜੀ ਸਰਕਾਰ ਸੀ, ਹੁਣ ਸਾਡੀ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਗਈ, ਅਸੀਂ ਉਹਨਾਂ ਤੋਂ ਬਿਹਤਰ ਕੰਮ ਕੀਤਾ। ਲੇਕਿਨ ਸਾਡੀ ਗੱਲ ਜਿਹੜੀ ਹੈ, ਸਾਡੇ ਕੰਮ ਜਿਹੜੇ ਹੈ ਉਹ ਅਸੀਂ ਕੁਝ ਵਜ੍ਹਾ ਨਾਲ, ਕਾਫੀ ਵਜ੍ਹਾ ਨਾਲ ਜਿਹੜੀ ਹੁਣ ਅਸੀਂ ਜਿਹੜਾ ਮੰਥਨ ਕਰਾਂਗੇ ਅਸੀਂ ਲੋਕਾਂ ਤੱਕ ਨਹੀਂ ਪਹੁੰਚਾ ਪਾਏ, ਕੁਝ ਪਰਸੈਪਸ਼ਨਸ ਕ੍ਰੀਏਟ ਹੋ ਗਏ, ਅਸੀਂ ਨਹੀਂ ਤੋੜ ਪਾਏ। ਦੇਖੋ ਲੋਕਾਂ ਨੇ ਹੁਣ ਕੁਛ ਨਾ ਕੁਛ ਤਾਂ ਮਹਿਸੂਸ ਕਰਿਆ ਹੋਣਾ ਨਾ, ਜਿਹੜੀ ਇੰਨੀ ਵੱਡਾ ਆਮ ਆਦਮੀ ਨੂੰ ਫਤਵਾ ਦਿੱਤਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਾਂ ਕਿ ਜਿਹੜੀ ਲੋਕਾਂ ਨੇ ਉਮੀਦਾਂ ਨਾਲ ਉਹਨਾਂ ਨੂੰ ਜਿਤਾਇਆ ਤੇ ਉਮੀਦ ਕਰਦੇ ਆ ਕਿ ਸਾਡੇ ਧੂਰੀ ਨੂੰ ਤਾਂ ਜਿਵੇਂ ਹੁਣ ਮੇਰਾ ਕਹਿ ਲਈਏ, ਮੈਂ ਤਾਂ ਇੱਕ ਸਿੰਪਲ ਐਮਐਲਏ ਸੀ, ਸਾਡੀ ਧੂਰੀ ਨੇ ਇੱਕ ਮੁੱਖ ਮੰਤਰੀ ਬਣਾਇਆ ਤੇ ਮੈਨੂੰ ਲੱਗਦਾ ਉਮੀਦ ਆ ਕਿ ਉਹ ਚੰਗਾ ਕੰਮ ਕਰਨਗੇ ਜੀ। ਗੋਲਡੀ ਜੀ ਬਹੁਤ ਸਾਰੇ ਕਾਂਗਰਸੀ ਆਗੂ ਇਹ ਗੱਲ ਕਹਿ ਰਹੇ ਨੇ ਕਿ ਜਿਹੜੀ
ਸੀਨੀਅਰ ਲੀਡਰਸ਼ਿਪ ਅਸਲ ਕਾਰਨ ਉਹ ਹੈ ਜਿਹੜੀ ਕਾਂਗਰਸ ਦੀ ਹਾਰ ਹੋਈ ਹੈ। ਅੰਦਰਲਾ ਪਾੜ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਹੈ। ਹਾਂ ਬਿਲਕੁਲ ਉਹ ਵੀ ਹੈਗਾ ਜੀ। ਸਾਰਾ ਦਿਨ ਤਾਂ ਇੱਕ ਦੂਜੇ ਦੇ ਵਿਰੁੱਧ ਬਿਆਨ ਦਿੰਦੇ ਰਹਿੰਦੇ ਸੀ, ਕਦੇ ਕਿਸੇ ਨੇ ਕੁਝ ਕਹਿਤਾ, ਕਿਸੇ ਨੇ ਕੁਝ ਕਹਿਤਾ, ਠੀਕ ਹੈ ਨਾ ਜੀ। ਦੂਸਰੀ ਜਿਹੜੀ ਸਾਡੀ ਆਪੋਜੀਸ਼ਨ ਪਾਰਟੀ ਜਿਹੜੀ ਅੱਜ ਸਰਕਾਰ ਬਣਾਉਣ ਜਾ ਰਹੀ ਹੈ ਕੱਲ ਨੂੰ, ਉਹ ਉਹਨਾਂ ਦਾ ਕੰਸੈਂਟਰੇਸ਼ਨ ਸੀਗੀ ਜੀ, ਉਹਨਾਂ 'ਚ ਕੋਈ ਧੜੇਬੰਦੀ ਨਹੀਂ ਸੀਗੀ। ਇਹ ਹੈਗੀ ਇਹ ਨੇਚਰ, ਇਹ ਤਾਂ ਤੁਹਾਨੂੰ ਮੀਡੀਆ ਨੂੰ ਵੀ ਪਤਾ ਜੀ, ਸਾਨੂੰ ਵੀ ਪਤਾ ਤੇ ਹਰ ਇੱਕ ਇਨਸਾਨ ਨੂੰ ਪਤਾ। ਤੁਹਾਡੀ ਰੈਲੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਨਵਜੋਤ ਸਿੰਘ ਸਿੱਧੂ ਬੋਲਣ ਤੋਂ ਮਨਾ ਕਰ ਦਿੰਦੇ ਨੇ, ਲੱਗਦਾ ਕਿ ਅਜਿਹੀਆਂ ਚੀਜ਼ਾਂ ਦਾ ਵੀ ਇੱਕ ਵੱਡਾ ਨੁਕਸਾਨ ਦੇਖਣ ਨੂੰ ਮਿਲੇਗਾ। ਹਾਂ ਬਿਲਕੁਲ ਜੀ। ਹੁਣ ਸਾਡੇ ਉੱਥੇ ਇੰਨੀ ਵੱਡੀ ਰੈਲੀ ਸੀ, ਸਿੱਧੂ ਸਾਹਿਬ ਉੱਥੇ ਅਸੀਂ ਬਾਰ-ਬਾਰ ਉਹਨਾਂ ਨੂੰ ਬੁਲਾਇਆ ਵੀ ਤੁਸੀਂ ਬੋਲੋ ਜੀ, ਤੇ ਬਿਲਕੁਲ ਉਹਨਾਂ ਨੇ ਡਿਨਾਈ ਕਰਿਆ ਬੋਲਣ ਤੋਂ। ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਦੋਂ ਉਹ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਉਹਨਾਂ ਨੂੰ ਰਿਸੀਵ ਕਰਨ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਕਿ ਕਾਈਂਡਲੀ ਸਾਡੇ ਨਾਲ ਇੱਕ ਪਿਕਚਰ ਕਰਵਾ ਲਓ, ਤਾਂ ਉਹ ਕਹਿੰਦੇ ਵੀ ਮੈਂ ਕਿਹੜਾ ਹੇਮਾ ਮਾਲਿਨੀ ਆ ਵੀ ਤੁਸੀਂ ਮੇਰੇ ਨਾਲ ਫੋਟੋ ਕਰਾਉਣੇ ਹੋ। ਸੋ ਇਹ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਈਆਂ ਨੇ ਜਿਹੜੀਆਂ ਅੱਜ ਸਾਰਿਆਂ ਦੇ ਸਾਹਮਣੇ ਨੇ। ਤੇ ਇਹਦੇ ਤੋਂ ਭੱਜਣਾ ਕਿਉਂ ਆ ਜੀ, ਇਹਦੇ ਤੋਂ ਮੁਕਰਨਾ ਕਿਉਂ ਆ ਜੀ। ਮੈਂ ਤਾਂ 2002 ਤੋਂ ਕਲਾਸ ਮੋਨੀਟਰ ਤੋਂ MLA ਤੱਕ ਆਇਆ ਸੀਗਾ, ਤੇ ਫਿਰ ਵੀ ਇੱਕ ਕੋਸ਼ਿਸ਼ ਕਰੀ ਸੀਐਮ ਸਾਹਿਬ ਦੇ ਅਗੇਂਸਟ, ਇੱਕ ਵੱਡੇ ਲੀਡਰ ਦੇ ਅਗੇਂਸਟ ਜਿਹੜੀ ਆਪਦੀ ਲੜਾਈ। ਨਹੀਂ ਉਹ ਤਾਂ ਦੇਖੋ ਜੀ ਹਾਈ ਕਮਾਂਡ ਦਾ, ਸਾਡੇ ਦਾ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹਨਾਂ ਨੇ ਕਰਨਾ। ਅੱਜ ਫੀਡਬੈਕ ਲੈਣਗੇ ਜੀ, ਦੇਖਦੇ ਹਾਂ ਕੀ ਕਹਿੰਦੇ। ਹਾਰ ਦਾ ਜਿਹੜਾ ਮੇਨ ਮੁੱਖ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਮੰਨਦੇ ਹੋ ਕਿਤੇ? ਨਹੀਂ ਦੇਖੋ ਸਾਰੀ ਯਾਰ ਮੈਂ ਵੀ ਕਾਰਨ ਹੀ ਆ ਉਹਦੇ 'ਚ, ਸਾਰੀ ਅਸੀਂ ਕਾਰਨ ਆ। ਜਿੰਨਾ ਜੇ ਕੋਈ ਨਾ ਕੋਈ ਕਮੀ ਰਹੀ ਹੋਊਗੀ ਤਾਂ ਹੀ ਕੋਈ ਬੰਦਾ ਹਾਰਦਾ ਨਾ। ਇਹ ਤਾਂ ਕੋਈ ਹੈ ਨਹੀਂ ਕਿ ਵੀ ਆਪਾਂ ਕਿਸੇ 2 ਬੰਦਿਆਂ ਨੂੰ ਦੋਸ਼ ਦਈਏ ਜਾਂ 4 ਨੂੰ ਦਈਏ, ਬਟ ਸੀਨੀਅਰ ਲੀਡਰਸ਼ਿਪ ਨੇ ਤੇ ਸਾਡੀ ਹਾਈ ਕਮਾਂਡ ਨੇ ਸਮਾਂ ਰਹਿੰਦਿਆਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ। ਜਿਵੇਂ ਹੁਣ ਕੱਲ ਦੀ ਘਟਨਾ, ਜਿਵੇਂ ਹੁਣ 2-3 ਦਿਨ ਹੋ ਗਏ ਜਿਹੜੀ ਸਾਡੀ ਸਰਕਾਰ ਬਣ ਜਾ ਰਹੀ ਆ, ਉਹਨਾਂ ਦੇ MLA ਹਸਪੀਟਲਾਂ 'ਚ ਵੀ ਜਾ ਰਹੇ ਨੇ, ਸਕੂਲਾਂ ਦੇ ਵਿੱਚ ਵੀ ਜਾ ਰਹੇ ਨੇ, ਠੀਕ ਹੈ ਨਾ ਜੀ। ਤਾਂ ਉਹ ਜਿਹੜੀਆਂ ਸਾਰੀਆਂ, ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜਿਹੜੇ ਹਸਪਤਾਲਾਂ 'ਚ ਪ੍ਰਬੰਧ ਸਹੀ ਨਹੀਂ ਸੀਗੇ, ਆਪਾਂ ਉਹਨਾਂ ਦੇ ਉੱਪਰ ਫੋਕਸ ਕਰੀਏ, ਕਿਉਂਕਿ ਡਾਕਟਰ ਸਾਹਿਬਾਨ ਬਹੁਤ ਘੱਟ ਸੀਗੇ ਜੀ। ਜਿਵੇਂ ਹੁਣ ਸਾਡੇ ਧੂਰੀ ਦੀ ਲਾਈ ਹੈ, ਅਲਟਰਾਸਾਊਂਡ ਮਸ਼ੀਨ ਤਾਂ ਹੈਗੀ ਬਟ ਉਹਨੂੰ ਚਲਾਉਣ ਵਾਲੀ ਕੋਈ ਨਹੀਂ ਹੈਗਾ। ਉਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਰਕੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ, ਤੇ ਮੈਂ ਉਮੀਦ ਕਰਦਾ ਕਿ ਇਹ ਵਧੀਆ ਤਰੀਕੇ ਨਾਲ ਸਾਰੇ ਜਿਹੜੇ ਉਹਨਾਂ ਦੇ ਜਿਹੜੇ ਲੋਕਾਂ ਦੀਆਂ ਉਮੀਦਾਂ ਨੇ ਉਹਦੇ ਤੇ ਖਰੇ ਉਤਰਨਗੇ। ਗੋਲਡੀ ਸਾਹਿਬ, ਜਿਸ ਤਰੀਕੇ ਦੇ ਨਾਲ 58000 ਦੀ ਲੀਡ ਦੇ ਨਾਲ ਇਲੈਕਸ਼ਨ ਆ ਰਹੇ ਹੋ, ਨਹੀਂ ਦੇਖੋ ਇਹ ਅੱਜ ਜਿਹੜੀ ਮੀਟਿੰਗ ਹੈ ਇਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਹ ਕੋਈ ਗੱਲ ਕਹਿ ਸਕਦਾ, ਕਿਉਂਕਿ ਹਾਈ ਕਮਾਂਡ ਦਾ ਫੈਸਲਾ ਦੇਖਦੇ ਹਾਂ ਕੀ ਅੱਜ ਵਾਰਤਾਲਾਪ ਹੁੰਦੀ ਹੈ ਜਾਂ ਕੀ ਚੀਜ਼ ਇਹਦੇ 'ਚ ਹੋਣੀ ਚਾਹੀਦੀ ਆ, ਠੀਕ ਹੈ ਨਾ। ਤੇ ਇਹਦੇ ਤੋਂ ਸਬਕ ਸਿੱਖਣਾ ਚਾਹੀਦਾ ਜੀ ਸਾਰਿਆਂ ਨੂੰ, ਠੀਕ ਹੈ। ਤੁਸੀਂ ਇੰਨੇ ਵੱਡੇ ਮਾਰਜਨ ਨਾਲ ਸਾਰੇ ਹਾਰੇ ਆ, ਤਾਂ ਇਹਦੇ ਤੋਂ ਸਬਕ ਲੈਣਾ ਚਾਹੀਦਾ। ਤੇ ਜਿਹੜੀ ਐਕਚੁਅਲ 'ਚ ਮੈਂ ਵੀ ਇੱਕ ਗੱਲ ਕਰਦਾ ਹੁੰਦਾ ਸੀ ਵੀ ਜਿਹੜੀ ਲੋਕ ਚੇਂਜ ਭਾਲਦੇ ਨੇ, ਅਸੀਂ ਸਮੇਂ ਰਹਿੰਦੇ ਅਸੀਂ ਨੇ ਤਾਂ ਬਹੁਤ ਕੋਸ਼ਿਸ਼ਾਂ ਕਰੀਆਂ ਜਿਹੜੀਆਂ ਅੱਜ ਆਮ ਆਦਮੀ ਹਸਪੀਟਲਾਂ ਜਾ ਰਿਹਾ, ਸਕੂਲਾਂ ਜਾ ਰਿਹਾ। ਮੈਂ ਤਾਂ ਖੁਦ ਇਹ ਚੀਜ਼ਾਂ ਬਹੁਤ ਵਾਰ ਕਰਦਾ ਸੀ, ਤੁਸੀਂ ਨੇ ਮੈਨੂੰ ਦੇਖਿਆ ਇਹ ਬਥੇਰੀਆਂ ਇੱਥੇ ਕੋਸ਼ਿਸ਼ਾਂ ਕਰੀਆਂ ਬਹੁਤ ਸਾਰੀਆਂ। ਮੇਰੇ ਕੋਲੇ, ਮੈਂ ਇਸ ਤੋਂ ਬਾਅਦ ਪ੍ਰੈਸ ਦੇ ਸਾਹਮਣੇ ਆਊਂਗਾ ਇੱਕ ਅੱਧੇ ਦਿਨ ਤੱਕ, ਮੈਂ ਕਿੰਨੀਆਂ ਲੈਟਰਾਂ ਕਿਹੜੀਆਂ ਚੀਜ਼ਾਂ ਤੇ ਸਮੇਂ ਰਹਿੰਦੇ ਹਰ ਇੱਕ ਸਾਡੇ ਮੰਤਰੀ ਸਾਹਿਬਾਨਾਂ ਨੂੰ ਤੇ ਸਾਰਿਆਂ ਨੂੰ ਭੇਜੀਆਂ। ਟੋਲ ਪਲਾਜ਼ਾ ਐਡੀ ਲੜਾਈ ਲੜੀ ਮੈਂ ਅੱਜ ਤੱਕ, ਮੇਰੇ ਤੇ ਮੇਰੀ ਸਰਕਾਰ 'ਚ ਹੀ 7 ਪਰਚੇ ਸੀ ਜੀ, ਮੇਰੇ ਤੇ ਮੇਰੀ ਸਰਕਾਰ 'ਚ 7 ਪਰਚੇ, ਜਿਹੜਾ ਟੋਲ ਪਲਾਜ਼ੇ ਤੋਂ ਲੋਕਾਂ ਨੂੰ ਬਚਾਉਣ ਵਾਲਾ ਗੱਲ। ਤੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹਿਣੀ ਚਾਹਣਾ ਕਿ ਆਮ ਆਦਮੀ ਨੂੰ ਬਹੁਤ ਮੁਬਾਰਕਾਂ ਕਿ ਉਹ ਜਿੱਤੇ ਨੇ। ਕੱਲ ਉਹਨਾਂ ਨੇ ਜਿਹੜਾ ਇੱਕ ਵਧੀਆ ਸਟੈਪ ਲਿਆ, ਖਟਕੜ ਕਲਾਂ ਜਾ ਕੇ ਭਗਤ ਸਿੰਘ ਦੀ ਧਰਤੀ ਨੂੰ ਨਤਮਸਤਕ ਹੋਣਗੇ, ਉੱਥੇ ਸਹੁੰ ਚੱਕਣਗੇ। ਉਹਦੇ ਨਾਲ ਮੈਂ ਉਹਨਾਂ ਤੋਂ ਇੱਕ ਮੰਗ ਕਰਨੀ ਚਾਹਣਾ, ਕਿਉਂਕਿ ਹੁਣ ਤਾਂ ਸਾਰਿਆਂ ਦੇ ਮੁੱਖ ਮੰਤਰੀ ਨੇ ਅੱਜ, ਤੇ ਮੈਂ ਉਹਨਾਂ ਤੋਂ ਕਹਿਣਾ ਚਾਹਣਾ ਕਿ ਅਸੀਂ ਇੱਕ ਪਿਛਲੇ ਸਮੇਂ 'ਚ ਪੈਦਲ ਮਾਰਚ ਕਰਿਆ ਸੀਗਾ ਖਟਕੜ ਕਲਾਂ ਤੋਂ ਏਅਰਪੋਰਟ ਤੱਕ, ਤੇ ਸਾਨੂੰ ਬਹੁਤ ਤਸੀਹੇ ਵੀ ਚੱਲਣੇ ਪਏ ਪੁਲਿਸ ਵੱਲੋਂ। ਤੇ ਮੈਂ ਹੱਥ ਜੋੜ ਕੇ ਮੰਗ ਕਰਨਾ ਚਾਹਣਾ ਵੀ ਸਾਡੇ ਮੋਹਾਲੀ ਵਾਲੇ ਏਅਰਪੋਰਟ ਦਾ ਨਾਂ ਹੁਣ ਲੱਗਦੇ ਹੱਥੀਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਤਾਂ ਕਿ ਜਿਹੜੀ ਸਾਡੇ ਪੰਜਾਬ ਦੀ ਜਿਹੜੀ ਵਿਰਾਸਤ ਆ, ਬਹੁਤ ਸੋਹਣਾ ਸਟੈਪ ਲਿਆ ਉਹਨਾਂ ਨੇ ਕਿ ਮੁੱਖ ਮੰਤਰੀ ਦੀ ਫੋਟੋ ਹਟਾ ਕੇ ਭਗਤ ਸਿੰਘ ਦੀ ਫੋਟੋ ਲਾਉਣ ਦਾ ਜਿਹੜਾ ਉਹਨਾਂ ਨੇ, ਤੇ ਬਾਬਾ ਸਾਹਿਬ ਦੀ ਫੋਟੋ ਲਾਉਣ ਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ। ਤਾਂ ਮੈਂ ਚਾਹਣਾ ਕਿ ਬਾਬਾ ਸਾਹਿਬ ਦੇ ਨਾਂ ਤੇ ਵੀ ਇੱਕ ਕੋਈ ਵੱਡੀ ਯੂਨੀਵਰਸਿਟੀ
ਜਿਹੜੀ ਪੰਜਾਬ ਨੂੰ ਦਿੱਤੀ ਜਾਵੇ ਤਾਂ ਕਿ ਇਹ ਜਿਹੜੀਆਂ ਗੱਲਾਂ ਨੇ, ਕਿਉਂਕਿ ਮੈਂ ਸਟੂਡੈਂਟ ਪੋਲਿਟਿਕਸ ਤੋਂ ਉੱਠਿਆ ਹੋਇਆ, ਇੱਕ ਚੰਗੀ ਵਿਰੋਧੀ ਧਿਰ ਦਾ ਜਿਹੜਾ ਰੋਲ ਆ ਉਹ ਬਣਦਾ ਨਿਭਾਵਾਂਗੇ। ਧੂਰੀ ਤੋਂ ਮੈਂ ਹੈਗਾ, ਭਗਵੰਤ ਮਾਨ ਜੀ ਦੇ ਉਲਟ ਲੜਿਆ, ਜਿੱਥੇ ਮੈਨੂੰ ਕੋਈ ਕਮੀ ਲੱਗੂਗੀ ਉਹਨਾਂ ਵਾਂਗੂ ਨਹੀਂ ਵੀ ਨਾਲੀ 'ਚ ਪਾਣੀ ਕਿਉਂ ਖੜਾ ਜੀ, ਲਿਫਾਫੇ ਕਿਉਂ ਸਿੱਟੇ ਹੋਏ ਨੇ, ਤੁਸੀਂ ਜ਼ਿੰਮੇਵਾਰ ਹੋ। ਪਰ ਇੱਕ ਅਸਲੀ ਵਿਰੋਧੀ, ਯਾਨੀ ਕਿ ਇੱਕ ਜਿਹੜੀ ਸਹੀ ਚੰਗੇ ਜਿਹੜੇ ਰਿਜ਼ਲਟ ਨੇ, ਕਿਉਂਕਿ ਦੇਖੋ ਸਾਡੀ ਵੀ ਸਰਕਾਰ ਸੀ ਜਾਂ ਮੈਂ ਵੀ ਐਮਐਲਏ ਕਿਉਂ ਬਣਿਆ ਸੀ, ਲੋਕਾਂ ਦੇ ਕੰਮ ਕਰਨ ਲਈ। ਅੱਜ ਜੋ ਵੀ ਬਣੇ ਨੇ ਤਾਂ ਲੋਕਾਂ ਦੇ ਕੰਮ ਕਰਨ ਲਈ। ਤਾਂ ਜੇ ਉਹ ਚੰਗੇ ਕੰਮ ਕਰਨਗੇ, ਅਸੀਂ ਉਹਨਾਂ ਨੂੰ ਕਹਿ ਸਕਾਂਗੇ, ਕੋਈ ਚੰਗਾ ਸੁਝਾਅ ਦੇ ਸਕਾਂਗੇ, ਤਾਂ ਮੈਂ ਹਰ ਸਮੇਂ ਜਿਹੜੀ ਇਸ ਚੀਜ਼ ਦੇ ਉੱਤੇ ਫੋਕਸ ਕਰੂੰਗਾ ਤਾਂ ਕਿ ਜਿਹੜੇ ਲੋਕਾਂ ਦਾ ਜਿਹੜਾ ਮਾਨ ਸਤਿਕਾਰ ਆ ਉਹ ਬਣਿਆ ਰਵੇ ਤੇ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਨੇ ਉਹਨਾਂ ਤੇ ਉਹ ਖਰੇ ਉਤਰਨ। ਧੰਨਵਾਦ। ਤੁਸੀਂ 5 ਸਾਲ ਐਮਐਲਏ ਰਹੇ ਹੋ, ਹੁਣ ਧੂਰੀ ਨੂੰ ਐਮਐਲਏ ਤੋਂ ਸਿੱਧਾ ਮੁੱਖ ਮੰਤਰੀ ਮਿਲ ਗਿਆ, ਕਿਹੜੀਆਂ ਸਮੱਸਿਆਵਾਂ ਧੂਰੀ ਦੀਆਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਭਗਵੰਤ ਤੋਂ ਲੱਗਦੀਆਂ ਕਿ ਦੂਰ ਕਰਾਉਣੀਆਂ ਬਣਦੀਆਂ ਨੇ? ਬਹੁਤ ਵਧੀਆ ਗੱਲ ਆ ਜੀ। ਦੇਖੋ ਮੈਂ ਤਾਂ ਇੱਕ ਸਧਾਰਨ ਇੱਕ ਐਮਐਲਏ ਸੀਗਾ, ਬਟ ਸਾਡੇ ਧੂਰੀ ਨੂੰ ਪਹਿਲੀ ਵਾਰ ਮਾਣ ਹਾਸਲ ਹੋਇਆ। ਇਹ ਬਹੁਤ ਵੱਡੀ ਗੱਲ ਆ ਸਾਡੇ ਧੂਰੀ ਵਾਸੀਆਂ ਲਈ। ਤੇ ਹੁਣ ਜਿਹੜੀਆਂ ਸਾਡੇ ਜਿਹੜਾ ਸਭ ਤੋਂ ਵੱਡਾ ਸੀਗਾ ਅੰਡਰ ਬ੍ਰਿਜ ਦੇ ਉੱਪਰ ਮੈਂ ਬਹੁਤ ਰੌਲਾ ਪਾਇਆ। ਸਾਡਾ ਸ਼ਹਿਰ 2 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵੀ ਉੱਥੇ ਅੰਡਰ ਬ੍ਰਿਜ ਰਾਹੀਂ ਜਿਹੜਾ ਸਾਡੇ ਲੋਕਾਂ ਨੂੰ ਬੈਨੀਫਿਟ ਮਿਲ ਸਕੇ ਤਾਂ ਕਿ ਇੱਕ ਸ਼ਹਿਰ ਬਣ ਸਕੇ। ਹਜ਼ਾਰਾਂ ਹੀ ਚਿੱਠੀਆਂ ਲਿਖਤੀ ਰੂਪ 'ਚ ਮੇਰੇ ਕੋਲ ਸਾਰੀਆਂ ਪਈਆਂ ਨੇ, ਕਿਹੜੀ ਤਰੀਕ ਨੂੰ ਕਦੋਂ ਮੈਂ ਚਿੱਠੀਆਂ ਭੇਜੀਆਂ। ਸਾਡੀ ਸਰਕਾਰ ਉਹਦਾ ਹੱਲ ਨਹੀਂ ਕਰ ਸਕੀ। ਮੈਂ ਚਾਹਣਾ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਧੂਰੀ ਨੂੰ ਅੰਡਰ ਬ੍ਰਿਜ ਰਾਹੀਂ ਪਾਸ ਤਾਂ ਮੈਂ ਕਰਵਾ ਰੱਖਿਆ, ਉਹ 10 ਕਰੋੜ 39 ਲੱਖ ਉਹਦੇ ਲਈ ਪਾਸ ਵੀ ਹੋਇਆ ਪਿਆ। ਮੈਂ ਚਾਹਣਾ ਕਿ ਹੁਣ ਬਣਦੇ ਸਾਰ ਜਿਹੜੇ ਭਗਵੰਤ ਮਾਨ ਜੀ ਉਹਦੇ ਤੇ ਇੱਕ ਚੰਗਾ ਹਸਪੀਟਲ ਸਾਡੇ ਧੂਰੀ ਨੂੰ ਮਿਲੇ। ਸਾਡਾ ਜਿਹੜਾ ਕਾਲਜ ਆ, ਯੂਨੀਵਰਸਿਟੀ ਬੇਨੜਾ ਕਾਲਜ ਆ, ਉਹਦੇ 'ਚ ਚੰਗੇ ਕੋਰਸਿਸ। ਵੈਸੇ ਮੈਂ ਵੀ ਕਾਫੀ ਕੋਸ਼ਿਸ਼ ਕਰੀ ਕਿਉਂਕਿ ਜਦੋਂ ਮੈਨੂੰ ਮੌਕਾ ਮਿਲਿਆ ਸੀ ਉੱਥੇ 250 ਸਟੂਡੈਂਟ ਸੀ, ਅੱਜ ਉੱਥੇ 1800 ਸਟੂਡੈਂਟ ਦੀ ਸਟਰੈਂਥ ਆ। ਤੇ ਜਿਹੜੇ ਰਹਿੰਦੇ ਕੋਰਸਿਸ ਨੇ ਸਟੱਡੀ ਦੇ ਰਿਲੇਟਡ, ਉਹਨਾਂ ਨੂੰ ਉੱਥੇ ਜਿਹੜੇ ਨੇ ਪਹਿਲ ਦੇ ਆਧਾਰ ਤੇ ਜਿਹੜਾ, ਕਿਉਂਕਿ ਦੇਖੋ ਹੈਲਥ ਐਂਡ ਐਜੂਕੇਸ਼ਨ ਤੇ ਮੈਂ 64 ਗਰਾਊਂਡ ਬਣਾਏ ਸੀ ਵਾਲੀਬਾਲ ਦੇ। ਮੈਨੂੰ ਸਪੋਰਟਸ ਡਿਪਾਰਟਮੈਂਟ ਨੇ ਪਿਛਲੇ 5 ਸਾਲਾਂ 'ਚ 1 ਵੀ ਰੁਪਈਆ ਨਹੀਂ ਸੀ ਦਿੱਤਾ। ਇਮੈਜਿਨ ਕਰੋਗੇ ਇੱਕ ਪਾਰਟੀ ਦੇ ਐਮਐਲਏ ਨੂੰ ਆਪਦੀ ਪਾਰਟੀ 'ਚ 5 ਸਾਲਾਂ 'ਚ ਸਪੋਰਟਸ ਡਿਪਾਰਟਮੈਂਟ ਉਹਨੂੰ 1 ਪੈਸਾ ਨਾ ਦੇਵੇ। ਉਹ ਪੰਚਾਇਤੀ ਫੰਡ 'ਚੋਂ ਮਨਰੇਗਾ ਨੂੰ ਨਾਲ ਜੋੜ ਕੇ 64 ਗਰਾਊਂਡ ਬਣਾ ਦੇ ਇੱਕ ਬੰਦਾ, ਠੀਕ ਹੈ ਨਾ। ਅੱਜ ਉਹ ਉਮੀਦਾਂ ਤੇ ਜਿਹੜੇ ਮੈਂ ਉਮੀਦ ਕਰਦਾ, ਕਿਉਂਕਿ ਆਮ ਜਨਤਾ ਮੈਂ ਤਾਂ ਇੱਕ ਬਿਲਕੁਲ ਛੋਟਾ ਜਿਹਾ ਬੰਦਾ ਜਿਹਨੇ ਆਪਦੀ ਸਟੂਡੈਂਟ ਪੋਲਿਟਿਕਸ ਤੋਂ ਇੱਧਰ ਨੂੰ ਆਇਆ ਸੀਗਾ। ਕਈ ਚਿਹਰੇ ਨੇ ਸਾਡੀ ਪਾਰਟੀ 'ਚ ਜਿਹੜੇ ਸਟੂਡੈਂਟ ਪੋਲਿਟਿਕਸ ਤੋਂ ਆਏ, ਠੀਕ ਹੈ ਨਾ। ਤੇ ਸਾਡਾ ਤਾਂ ਹਮੇਸ਼ਾ ਹੀ ਫਰਜ਼ ਇਹ ਹੋਊਗਾ ਕਿ ਅਸੀਂ ਚੰਗੀ ਤਰ੍ਹਾਂ ਜਿਹੜੇ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਰਕਾਰ ਨੂੰ ਜਿਹੜਾ ਦੱਸੀਏ ਤਾਂ ਕਿ ਉਹਨਾਂ ਦੇ ਹੱਲ ਕਰ ਸਕਣ। ਇੱਕ ਸਾਈਜ਼ ਦੇ ਤੌਰ ਤੇ ਮੁਲਾਕਾਤ ਭਗਵੰਤ ਮਾਨ ਨਾਲ ਕੀਤੀ ਜਾਏਗੀ? ਬਿਲਕੁਲ ਜੀ, ਮੈਂ ਗੁਲਦਸਤਾ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਮੁਬਾਰਕਬਾਦ ਵੀ ਦੇ ਕੇ ਆਉਂਗਾ ਤੇ ਨੌਜਵਾਨ ਪੰਜਾਬ ਦੇ ਕੀ ਚਾਹੁੰਦੇ ਨੇ। ਕਿਉਂਕਿ ਦੇਖੋ ਚਾਹੇ ਕੁਝ ਵੀ ਆ, 5 ਸਾਲ ਅਸੀਂ ਲੋਕਾਂ 'ਚ ਤਾਂ ਟੱਚ ਤਾਂ ਰਿਹਾ ਨਾ। ਮੈਂ ਤਾਂ ਬਾਕੀਆਂ ਦਾ ਤਾਂ ਨਹੀਂ ਮੈਂ ਕੁਝ ਕਹਿ ਸਕਦਾ। ਤੇ ਜਿਹੜੀਆਂ ਜ਼ਮੀਨੀ ਹਕੀਕਤਾਂ ਅਸੀਂ ਸਮਝਦੇ ਹਾਂ, ਜਾਣਦੇ ਹਾਂ। ਜੇ ਇੱਕ ਚੰਗਾ ਸਾਥੀ ਉਹ ਦੂਸਰੇ ਸਾਥੀ ਨੂੰ ਦੱਸ ਦੂਗਾ ਵੀ ਤੁਸੀਂ ਆਹ ਚੀਜ਼ਾਂ ਦੇ ਉੱਤੇ ਜੇ ਵਰਕ ਕਰੋ, ਕਿਉਂਕਿ ਸੁਜੈਸ਼ਨ ਇਹੋ ਜਿਹੇ ਹੋਣਗੇ ਕਿ ਉਹ ਨਾ ਕਰ ਹੀ ਨਹੀਂ ਸਕਣਗੇ ਤੇ ਉਹ ਆਟੋਮੈਟਿਕਲੀ ਲੋਕਾਂ ਦਾ ਬੈਨੀਫਿਟ ਹੋਊਗਾ। ਉਹ ਦੇਖੋ ਸਰਕਾਰ ਕਿਉਂ ਬਣਦੀ ਆ, ਮੀਨਿੰਗ ਕੀ ਆ। ਅੱਜ ਸਰਕਾਰ ਕਿਉਂ ਬਣੀ ਆ? ਲੋਕਾਂ ਦਾ ਭਲਾ ਕਰਨ ਵਾਸਤੇ। ਤੇ ਅਸੀਂ ਵੀ ਕਿਉਂ ਇਲੈਕਸ਼ਨ ਲੜਦੇ ਸੀ? ਲੋਕਾਂ ਦਾ ਭਲਾ ਕਰਨ ਵਾਸਤੇ। ਸਾਨੂੰ ਲੋਕਾਂ ਦਾ ਫਤਵਾ ਮਨਜ਼ੂਰ ਕਰਨਾ ਪਊਗਾ, ਖਿੜੇ ਮੱਥੇ ਉਹ ਚੀਜ਼ ਮੰਨਣੀ ਪੈਣੀ ਆ ਤੇ ਆਪਦੀ ਗੱਲ ਜਿਹੜੀ ਸਰਕਾਰ ਕੋਈ ਵੀ ਹੋਵੇ ਉਹਨਾਂ ਤੋਂ ਕਰਵਾਉਣੀ, ਲੋਕਾਂ ਦੇ ਰਾਹਤ ਲਈ ਕੋਈ ਕੰਮ ਕਰਨਾ, ਇਹੀ ਸਭ ਤੋਂ ਵੱਡੀ ਸੇਵਾ। ਥੈਂਕ ਯੂ ਜੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।